ਔਰ ਨਾਲ ਹੀ ਉਹਨਾਂ ਕੋਲੋਂ ਗਿਲੇ ਵੀ ਸੁਣਦੇ ਵਹਿੰਦੇ ਆ ਕਿ ਸਾਡਾ ਅੱਜ ਤੱਕ ਕੱਖ ਨਹੀਂ ਬਣਿਆ। ਕਿਉਂ ਨਹੀਂ ਬਣਿਆ? ਕਿਉਂਕਿ ਅਸੀਂ ਮਿਹਨਤ ਹੀ ਨਹੀਂ ਕੀਤੀ ਅੱਗੇ ਵਧਣ ਵਾਸਤੇ, ਕੋਸ਼ਿਸ਼ ਹੀ ਨਹੀਂ ਕੀਤੀ। ਤਨਕੀਦ ਜ਼ਰੂਰ ਕਰਦੇ ਰਹਿੰਦੇ ਹਾਂ। ਜਵਾਬ ਉਹਨੇ ਦਿੱਤਾ ਤੇ ਆਂਦਾ ਮੈਨੂੰ ਖਾਮੋਸ਼ ਕਰ ਦਿੱਤਾ ਔਰ ਮੈਨੂੰ ਸੋਚਣ ਤੇ ਵੀ ਮਜਬੂਰ ਕੀਤਾ ਕਿ ਜਵਾਬ ਉਹਨੇ ਇਹ ਦਿੱਤਾ ਕਿ ਜਨਾਬ ਇਹ ਰਿਆਸਤ ਹੈ, ਮਲਕੀਅਤ ਹੈ, ਇਹ ਹਕੂਮਤ ਦੀ ਮਲਕੀਅਤ ਲੋਇਆ ਸਕਰੈਪ ਭਾਵੇਂ ਇਹ ਮੇਰਾ ਨਹੀਂ ਹੈ ਤੇ ਮੇਰਾ ਹੱਕ ਨਹੀਂ ਹੈ ਕਿ ਅਸੀਂ ਐਜ਼ ਏ ਕੌਮ ਬਣੇ ਹੀ ਨਹੀਂ। ਅਸੀਂ ਆਪਣੇ ਮੁਲਕ ਪਾਕਿਸਤਾਨ ਦੀ ਤਰੱਕੀ ਵਾਸਤੇ ਆਪਣਾ ਕਿਰਦਾਰ ਅਦਾ ਹੀ ਨਹੀਂ ਕੀਤਾ। ਬਿਸਮਿल्लाह रहमान रहीम। ਦੋਸਤੋ अस्सलाम वालेकुम। ਅੱਲਾਹ ਤਾਲਾ ਤੁਹਾਨੂੰ ਸਾਰਿਆਂ ਨੂੰ ਸਿਹਤ ਤੇ ਤੰਦਰੁਸਤੀ ਵਾਲੀ ਲੰਬੀ ਜ਼ਿੰਦਗੀ ਦੇਵੇ। ਅੱਲਾਹ ਤਾਲਾ ਤੁਹਾਡੇ ਘਰਾਂ 'ਚ ਖੁਸ਼ੀਆਂ ਦੇ ਡੇਰੇ ਪਾ ਦੇਵੇ। ਆਮੀਨ ਸੁਮਾ ਆਮੀਨ। ਦੋਸਤੋ ਅੱਜ ਮੈਂ ਥੋੜ੍ਹੀ ਜਿਹੀ ਗੁਫ਼ਤਗੂ ਇਸ ਤਰ੍ਹਾਂ ਦੀ ਕਰਨੀ ਚਾਹੁੰਦਾ ਵਾਂ ਕਿ ਜਿਹੜੀ ਬੜੀ ਅਹਿਮ ਹੈ ਔਰ ਬੜੀ ਸੋਚਣ ਵਾਲੀ ਹੈ ਔਰ ਇਹਦੇ ਉੱਤੇ ਸਾਨੂੰ ਸਾਰਿਆਂ ਨੂੰ ਐਜ਼ ਏ ਕੌਮ ਸੋਚਣਾ ਚਾਹੀਦਾ। ਇਸ ਵੀਡੀਓ ਨੂੰ ਦੇਖਣ ਵਾਲੇ ਦੋਸਤਾਂ ਅੱਗੇ ਇਹ ਵੀ ਗੁਜ਼ਾਰਿਸ਼ ਹੈ ਕਿ ਸਾਡੇ ਚੈਨਲ ਨੂੰ ਅਗਰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਵੋ ਔਰ ਘੰਟੀ ਦੇ ਬਟਨ ਨੂੰ ਵੀ ਦਬਾ ਦਿਓ ਤਾਂ ਕਿ ਸਾਡੀ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਔਰ ਤੁਸੀਂ ਵੀਡੀਓ ਨੂੰ ਦੇਖ ਕੇ ਇੰਜੋਏ ਵੀ ਕਰ ਸਕੋ ਔਰ ਸਮਝ ਵੀ ਸਕੋ। ਕਿਉਂਕਿ ਸਾਡੀਆਂ ਕੁਝ ਵੀਡੀਓ ਸਮਝਣ ਵਾਲੀਆਂ ਹੁੰਦੀਆਂ ਨੇ ਜਿਹੜੀਆਂ ਅੱਜ ਕੱਲ੍ਹ ਦੇ ਹਾਲਾਤ ਦੇ ਉੱਤੇ ਜਾਂ ਆਪਣੀ ਜ਼ਿੰਦਗੀ ਜਿਸ ਤਰ੍ਹਾਂ ਦੀ ਗੁਜ਼ਰ ਰਹੀ ਹੈ ਉਹਦੇ 'ਤੇ ਜਾਂ ਫਿਰ ਕੋਈ ਇੰਟਰਟੇਨਮੈਂਟ ਵਾਲੀਆਂ ਕੋਈ ਮਜ਼ਾਹੀਆ ਵੀ ਹੁੰਦੀਆਂ ਨੇ ਗੱਲਾਂ। ਅਤੇ ਇਸ ਲਈ ਗੁਜ਼ਾਰਿਸ਼ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ। ਦੋਸਤੋ ਅੱਜ ਮੈਂ ਜਿਹਦੇ 'ਤੇ ਗੁਫ਼ਤਗੂ ਕਰਨਾ ਚਾਹ ਰਿਹਾ ਉਹ ਇਸ ਤਰ੍ਹਾਂ ਕਿ ਸਾਡੇ ਮੁਆਸ਼ਰੇ ਦੇ ਵਿੱਚ ਇਸ ਵਕਤ ਬੇਰੁਜ਼ਗਾਰੀ ਬੜੀ ਜ਼ਿਆਦਾ ਵੱਧ ਗਈ ਹੈ। ਉਹਦੀ ਵਜ੍ਹਾ ਇਹ ਵੇ ਕਿ ਅਸੀਂ ਖੁਦ ਲੋਕ ਵੀ ਜਿਹੜੇ ਨਾ ਬੇਰੁਜ਼ਗਾਰ ਰਹਿਣਾ ਪਸੰਦ ਕਰਨੇ ਹਾਂ ਔਰ ਅਸੀਂ ਇਹ ਸਮਝਦੇ ਹਾਂ ਕਿ ਅਸੀਂ ਅਗਰ ਵਿਹਲੇ ਰਵਾਂਗੇ ਤਾਂ ਜ਼ਿੰਦਗੀ ਨੂੰ ਸਹੀ ਤਰੀਕੇ ਨਾਲ ਇੰਜੋਏ ਕਰਾਂਗੇ। ਲੇਕਿਨ ਵਿਹਲੇ ਰਹਿਣ ਦੇ ਨਾਲ ਨਾਲ ਸਾਨੂੰ ਇਹ ਗੱਲਾਂ ਭੁੱਲ ਜਾਂਦੀਆਂ ਨੇ ਕਿ ਅਸੀਂ ਖਾਣਾ ਕਿੱਥੋਂ ਵੇ। ਜਦੋਂ ਪੇਟ ਦੀ ਵਿੱਚ ਅੱਗ ਦੌੜਦੀ ਏ ਭੁੱਖ ਦੀ ਅਤੇ ਫਿਰ ਅਸੀਂ ਆਨੇ ਹਾਂ ਕਿ ਸਾਡੇ ਨਾਲ ਇਹ ਜ਼ੁਲਮ ਹੋ ਗਿਆ, ਇਹ ਸਾਡੇ ਨਾਲ ਧਰਾਓ ਹੋ ਗਿਆ। ਲੇਕਿਨ ਅਸੀਂ ਇਹ ਨਹੀਂ ਸੋਚਦੇ ਕਿ ਸਾਡੇ ਜ਼ੁੰਮੇ ਜਿਹੜੇ ਕੰਮ ਸਨ ਉਹ ਅਸੀਂ ਕੀਤੇ ਨੇ ਕਿ ਨਹੀਂ। ਸਾਡੇ ਜ਼ੁੰਮੇ ਵੇ ਰਿਜ਼ਕੇ ਹਲਾਲ ਕਮਾਉਣਾ, ਸਾਡੇ ਜ਼ੁੰਮੇ ਵੇ ਆਪਣੇ ਬੱਚਿਆਂ ਦੀ ਬਿਹਤਰ ਤਰਬੀਅਤ ਕਰਨਾ, ਸਾਡੇ ਜ਼ੁੰਮੇ ਵੇ ਆਪਣੇ ਮਾਹੌਲ ਦੇ ਮੁਤਾਬਕ ਅੱਛੀ ਜ਼ਿੰਦਗੀ ਗੁਜ਼ਾਰਨਾ ਔਰ ਮਾਹੌਲ ਨੂੰ ਬਿਹਤਰ ਕਰਨ ਵਾਸਤੇ ਆਪਣਾ ਕਿਰਦਾਰ ਅਦਾ ਕਰਨਾ। ਲੇਕਿਨ ਇਹਨਾਂ ਸਾਰੀਆਂ ਚੀਜ਼ਾਂ ਤੋਂ ਅਸੀਂ ਕਾਸਰ ਹਾਂ। ਕਿਉਂਕਿ ਕਾਸਰ ਇਸ ਲਈ ਹਾਂ ਕਿ ਅਸੀਂ ਐਜ਼ ਏ ਕੌਮ ਬਣੇ ਹੀ ਨਹੀਂ। ਅਸੀਂ ਆਪਣੇ ਮੁਲਕ ਪਾਕਿਸਤਾਨ ਦੀ ਤਰੱਕੀ ਵਾਸਤੇ ਆਪਣਾ ਕਿਰਦਾਰ ਅਦਾ ਹੀ ਨਹੀਂ ਕੀਤਾ। ਅਸੀਂ ਸਿਰਫ ਇਹ ਕੀਤਾ ਤਨਕੀਦ ਕਿਹਦੇ 'ਤੇ ਕਿ ਜਿਹੜਾ ਕੰਮ ਅਸੀਂ ਨਹੀਂ ਕਰ ਸਕਦੇ ਜਾਂ ਜਿਹਦੀ ਜ਼ਿੰਮੇਵਾਰੀ ਨਹੀਂ ਅਸੀਂ ਉਹਦੇ 'ਤੇ ਤਨਕੀਦ ਜ਼ਰੂਰ ਕੀਤੀ ਹੈ। ਲੇਕਿਨ ਆਪਣੀ ਜ਼ਿੰਮੇਵਾਰੀ ਨਿਭਾਉਣ ਤੋਂ ਕਾਸਰ ਰਹੇ ਹਾਂ। ਦੋਸਤੋ ਜਿਹੜੀ ਵੀ ਮੈਂ ਕੋਈ ਗੱਲ ਕਰਾਂ ਤੁਹਾਨੂੰ ਅਗਰ ਅੱਛੀ ਲੱਗੇ ਤੇ ਵੀ ਔਰ ਬੁਰੀ ਲੱਗੇ ਤਾਂ ਵੀ ਕਮੈਂਟ ਸੈਕਸ਼ਨ ਵਿੱਚ ਦੱਸਿਆ ਜ਼ਰੂਰ ਕਿ ਮੈਂ ਜਿਹੜੀ ਗੱਲ ਗਲਤ ਕੀਤੀ ਹੈ ਉਹ ਇਹ ਕੀਤੀ ਹੈ, ਜਿਹੜੀ ਸਹੀ ਕੀਤੀ ਉਹ ਵੀ ਦੱਸਿਆ ਜੇ। ਕਿ ਜਿਹੜੀ ਗੱਲ ਦੀ ਨਾ ਸਮਝ ਆਈ ਹੋਵੇ ਉਹ ਵੀ ਦੱਸਿਆ ਜੇ ਤਾਂ ਕਿ ਤੁਸੀਂ ਦੱਸੋਗੇ ਤੇ ਮੈਂ ਵੀ ਭੁੱਲਿਆ ਅਗਰ ਹੋਵਾਂਗਾ ਤੇ ਮੈਂ ਵੀ ਕੁਝ ਸਮਝ ਸਕਾਂਗਾ। ਤੁਸੀਂ ਦੇਖਦੇ ਹੋ ਕਿ ਅਸੀਂ ਆਪਣੇ ਮੁਆਸ਼ਰੇ ਦੇ ਵਿੱਚ ਅਕਸਰ ਲੋਕਾਂ ਨੂੰ ਵਿਹਲਿਆਂ ਫਿਰਦਿਆਂ ਵਹਿੰਦੇ ਹਾਂ ਔਰ ਨਾਲ ਹੀ ਉਹਨਾਂ ਕੋਲੋਂ ਗਿਲੇ ਵੀ ਸੁਣਦੇ ਵਹਿੰਦੇ ਆ ਕਿ ਸਾਡਾ ਅੱਜ ਤੱਕ ਕੱਖ ਨਹੀਂ ਬਣਿਆ। ਕਿਉਂ ਨਹੀਂ ਬਣਿਆ? ਕਿਉਂਕਿ ਅਸੀਂ ਮਿਹਨਤ ਹੀ ਨਹੀਂ ਕੀਤੀ ਅੱਗੇ ਵਧਣ ਵਾਸਤੇ, ਕੋਸ਼ਿਸ਼ ਹੀ ਨਹੀਂ ਕੀਤੀ। ਤਨਕੀਦ ਜ਼ਰੂਰ ਕਰਦੇ ਰਹਿੰਦੇ ਹਾਂ ਔਰ ਤਨਕੀਦ ਵੀ ਇਸ ਤਰ੍ਹਾਂ ਦੀ ਕਰ ਰਹੇ ਹਾਂ ਕਿ ਮੈਂ ਪਿਛਲੇ ਦਿਨਾਂ 'ਚ ਇੱਕ ਜਗ੍ਹਾ ਬੈਠਾ ਸੀ ਅਤੇ ਇੱਕ ਦੋਸਤ ਨਾਲ ਗੁਫ਼ਤਗੂ ਹੋ ਰਹੀ ਸੀ ਅਤੇ ਉਹ ਮੈਨੂੰ ਕਹਿ ਰਿਹਾ ਸੀ ਕਿ ਯਾਰ ਮੈਂ ਫਲਾਂ ਜਗ੍ਹਾ ਸਫ਼ਰ ਕੀਤਾ ਅਤੇ ਦੇਖਿਆ ਕਿ ਉਹ ਇਲਾਕਾ ਬੜਾ ਖੂਬਸੂਰਤ ਸੀ। ਪਾਕਿਸਤਾਨ ਦਾ ਬੜਾ ਖੂਬਸੂਰਤ ਰੋਡ ਸੀ, ਆਲੇ ਦੁਆਲੇ ਜਿਹੜੀਆਂ ਨਾ ਜੰਗਲੇ ਵੀ ਲੱਗੇ ਸਨ। ਲੇਕਿਨ ਕੁਛ ਅਰਸੇ ਬਾਅਦ ਮੈਂ ਜਦੋਂ ਗਿਆ ਤਾਂ ਕੁਛ ਜਗ੍ਹਾ ਤੋਂ ਜੰਗਲੇ ਟੁੱਟੇ ਸਨ। ਪੁੱਛਿਆ, ਮਾਲੂਮਾਤ ਕੀਤੀ ਅਤੇ ਦੱਸਿਆ ਲੋਕਾਂ ਨੇ ਕਿ ਜਨਾਬ ਨਸ਼ਈ ਪੈ ਗਏ ਔਰ ਨਸ਼ਈ ਇਹ ਜੰਗਲੇ ਤਰੋੜ ਕੇ ਲੈ ਗਏ ਨੇ ਔਰ ਉਹਨਾਂ ਖਾ ਦਿੱਤੇ ਨੇ ਔਰ ਉਜਾੜਾ ਪਾ ਦਿੱਤਾ।
ਲੇਕਿਨ ਨਾਲ ਹੀ ਖਿਆਲ ਇਹ ਵੀ ਆਇਆ ਹੁੰਦੇ, ਉਸ ਬੰਦੇ ਨੇ ਦੱਸਿਆ ਕਿ ਮੈਨੂੰ ਨਾਲ ਹੀ ਇਹ ਵੀ ਖਿਆਲ ਆਇਆ, ਕਿਆ ਕੋਈ ਜ਼ਿੰਮੇਦਾਰ ਨਹੀਂ ਹੈ ਇਸ ਚੀਜ਼ ਦਾ, ਜਾਂ ਕੋਈ ਧਿਆਨ ਰੱਖਣ ਵਾਲਾ ਨਹੀਂ ਹੈ ਕਿ ਜਾਂ ਐਡਾ ਲਵਾਰਾ ਸਾਡੇ ਰੋਡ ਨੇ ਕਿ ਇਹਨਾਂ ਦੇ ਸਹੀ ਸਾਫ ਸੁਥਰਾ ਰੱਖਣ ਵਾਸਤੇ, ਇਹਨਾਂ ਦੀ ਦੇਖਭਾਲ ਰੱਖਣ ਵਾਸਤੇ ਇਦਾਰੇ ਕਿਆ ਮੌਜੂਦ ਨਹੀਂ ਹਨ। ਇਹ ਸੋਚਦਿਆਂ ਇੱਕ ਮੈਨੂੰ ਫੋਨ ਆ ਜਾਂਦਾ, ਫੋਨ ਆਉਂਦਾ ਤੇ ਇੱਕ ਮੇਰਾ ਦੋਸਤ ਸੀ ਬੈਰੂਨੇ ਮੁਲਕ ਰਹਿੰਦਾ, ਉਹਦਾ ਫੋਨ ਆਇਆ। ਔਰ ਫੋਨ ਦੇ ਉੱਤੇ ਮੈਂ ਉਹਦੇ ਨਾਲ ਇਹ ਗੱਲ ਡਿਸਕਸ ਕਰਨ ਲੱਗ ਪਿਆ ਕਿ ਯਾਰ ਸਾਡੇ ਮੁਲਕ ਦੇ ਹਾਲਾਤ ਇਸ ਤਰ੍ਹਾਂ ਦੇ ਕਿ ਨਸ਼ਈ ਹਰ ਚੀਜ਼ ਨੂੰ ਉਜਾੜੀ ਜਾਂਦੇ ਨੇ ਪਏ। ਉਹਨੇ ਆਖਿਆ ਯਾਰ ਗੱਲ ਸੁਣ, ਸਾਡੇ ਮੁਲਕ ਦੇ ਨਸ਼ਈ ਜਿਹੜੇ ਨੇ ਉਹ ਚਲੋ ਉਜਾੜਦੇ ਨੇ, ਲੇਕਿਨ ਮੈਂ ਤੈਨੂੰ ਆਪਣੇ ਇੱਥੇ ਦੀ ਇੱਕ ਗੱਲ ਸੁਣਾ ਦਿੰਦਾ ਵਾਂ ਕਿ ਮੇਰਾ ਇੱਕ ਦੋਸਤ ਹੈ, ਉਹਨੇ ਇੱਕ ਬੰਦੇ ਨੂੰ ਦੂਸਰੇ ਮੁਲਕ ਦੇ, ਯੂਰਪ ਦੇ ਕਿਸੇ ਦੂਸਰੇ ਮੁਲਕ ਦੇ ਬੰਦੇ ਨੂੰ ਆਪਣੇ ਕੋਲ ਮੁਲਾਜ਼ਮ ਰੱਖਿਆ ਸੀ, ਲੇਕਿਨ ਉਹ ਵੀ ਨਸ਼ਈ ਸੀ, ਨਸ਼ਾ ਕਰਦਾ ਸੀ। ਲੇਕਿਨ ਉਹਦੇ ਕੰਮ ਦੇ ਉੱਤੋਂ ਜਿਹੜੀ ਉਹਨੂੰ ਤਨਖਾਹ ਮਿਲਦੀ ਸੀ, ਉਹਦੇ ਨਾਲ ਉਹ ਨਸ਼ਾ ਕਰਦਾ ਸੀ। ਤੇ ਮੈਂ ਇੱਕ ਦਿਨ ਵੇਖਣਾ ਵਾ ਕੀ ਆ ਕਿ ਬਾਹਰ ਨਾ ਰੋਡ ਦੇ ਉੱਤੇ ਲੋਹਾ ਕਾਠ ਕਬਾੜ ਪਏ ਆ ਸੀ, ਤੇ ਇਸ ਤਰ੍ਹਾਂ ਹੀ ਲੱਗਦਾ ਸੀ ਕਿ ਜ਼ਾਇਆ ਹੈ। ਤੇ ਲੇਕਿਨ ਮੈਂ ਉਹਨੂੰ ਬੁਲਾ ਕੇ ਉਹਨੂੰ ਆਖਿਆ ਕਿ ਗੱਲ ਸੁਣ, ਅਗਰ ਤੇਰੇ ਕੋਲ ਖਰਚਾ ਘੱਟ ਹੈ ਨਾ, ਕਿਉਂਕਿ ਉਹ ਮੇਰੇ ਕੋਲ ਕੁਛ ਦਿਨਾਂ ਤੋਂ ਨਾ ਖਰਚਾ ਮੰਗ ਰਿਹਾ ਸੀ ਅਜ਼ਾਫੀ ਤਨਖਾਹ ਤੋਂ ਇਲਾਵਾ, ਤੇ ਮੈਂ ਉਹਨੂੰ ਟਾਲ ਮਟੋਲ ਕਰਦਾ ਸੀ ਕਿ ਨਸ਼ਈਏ ਭੱਜ ਜਾਣਾ ਨੇ ਜਾਂ ਕੋਈ ਇਸ ਤਰ੍ਹਾਂ ਦਾ ਮਸਲਾ ਬਣ ਜਾਏਗਾ, ਤੇ ਮੈਂ ਇੱਕ ਆਪਣੇ ਅਜ਼ਾਫੀ ਪੈਸੇ ਦੇ ਕੇ ਕਿਉਂ ਆਪਣੇ ਜ਼ਾਇਆ ਕਰਨ ਦੀ ਕੋਸ਼ਿਸ਼ ਕਰਾਂ। ਤੇ ਲੇਕਿਨ ਉਹਨੂੰ ਮੈਂ ਆਖਿਆ ਕਿ ਯਾਰ ਇਹ ਇਸ ਤਰ੍ਹਾਂ ਕਰਨਾ, ਇਹ ਤੂੰ ਇਹ ਜਿਹੜਾ ਕਾਠ ਕਬਾੜ ਪਏ ਆ, ਲੋਹਾ ਸਕ੍ਰੈਪ ਪਈ ਹੈ, ਇਹ ਵੇਚ ਕੇ ਆਪਣੀ ਜ਼ਰੂਰਤ ਪੂਰੀ ਕਰ ਲੈ। ਤੇ ਉਹਨੇ ਅੱਗੋਂ ਕੀ ਜਵਾਬ ਦਿੱਤਾ, ਜਵਾਬ ਉਹਨੇ ਦਿੱਤਾ ਤੇ ਆਂਦਾ ਮੈਨੂੰ ਖਾਮੋਸ਼ ਕਰ ਦਿੱਤਾ ਔਰ ਮੈਨੂੰ ਸੋਚਣ ਤੇ ਵੀ ਮਜਬੂਰ ਕੀਤਾ। ਕਿ ਜਵਾਬ ਉਹਨੇ ਇਹ ਦਿੱਤਾ ਕਿ ਜਨਾਬ ਇਹ ਰਿਆਸਤ ਦੀ ਮਲਕੀਅਤ ਹੈ, ਇਹ ਹਕੂਮਤ ਦੀ ਮਲਕੀਅਤ ਲੋਇਆ ਹੈ, ਸਕ੍ਰੈਪ ਹੈ ਭਾਵੇਂ, ਇਹ ਮੇਰਾ ਨਹੀਂ ਹੈ ਤੇ ਮੇਰਾ ਹੱਕ ਨਹੀਂ ਹੈ। ਤੇ ਮੈਂ ਇਹ ਸੋਚਦਾ ਰਿਹਾ ਕਿ ਯਾਰ ਇੱਕ ਪਾਸੇ ਉਹ ਸਾਡੇ ਮੁਲਕ ਦੇ ਬੰਦੇ ਨੇ ਬੇਰੁਜ਼ਗਾਰ, ਫਿਰ ਛੱਡਦੇ ਨੇ, ਤੇ ਉਹ ਹਰ ਚੀਜ਼ ਦਾ ਕਬਾੜਾ ਕਰੀ ਹੁੰਦੇ ਨੇ, ਉਹ ਨਹੀਂ ਵਹਿੰਦੇ ਆਪਣੇ ਘਰ ਦਾ ਸਮਾਨ ਹੈ ਜਾਂ ਬਾਹਰ ਦਾ, ਤੇ ਨੁਕਸਾਨ ਕਰੀ ਹੁੰਦੇ ਨੇ, ਸਮਝ ਨਹੀਂ ਹੈ, ਸੋਚ ਨਹੀਂ ਹੈ। ਤੇ ਲੇਕਿਨ ਇੱਕ ਪਾਸੇ ਇਹ ਵੇ, ਇਹ ਆਂਦਾ ਹੈ ਕਿ ਯਾਰ ਇਹ ਰਿਆਸਤ ਦੀ ਮਲਕੀਅਤ ਹੈ, ਇਹ ਹਕੂਮਤ ਦੀ ਮਲਕੀਅਤ ਹੈ, ਇਹਦੇ ਤੇ ਮੇਰਾ ਹੱਕ ਨਹੀਂ ਹੈ। ਤੇ ਦੋਸਤੋ ਇਹਦੇ 'ਚ ਉਹਨਾਂ ਦਾ ਵੀ ਮੈਂ ਕਸੂਰਵਾਰ ਨਹੀਂ ਉਹਨਾਂ ਨੂੰ ਸਮਝਦਾ, ਕਿਉਂਕਿ ਅਸੀਂ ਤਰਬੀਅਤ ਹੀ ਇਸ ਤਰ੍ਹਾਂ ਦੀ ਨਹੀਂ ਕਰਦੇ ਆਪਣੇ ਬੱਚਿਆਂ ਦੀ, ਆਪਣੇ ਭਾਈਆਂ ਦੀ, ਆਪਣੇ ਆਂਢ ਗੁਆਂਢ ਦੀ, ਆਪਣੇ ਮਿਲਣ ਵਾਲਿਆਂ ਦੀ, ਆਪਣੇ ਜਾਣਨ ਵਾਲਿਆਂ ਦੀ, ਕਿ ਅਸੀਂ ਉਹਨਾਂ ਦੀ ਤਰਬੀਅਤ ਵਿੱਚ ਕਮੀ ਛੱਡ ਦਿੰਦੇ ਹਾਂ, ਜਿਹਦੀ ਵਜ੍ਹਾ ਤੋਂ ਸਾਡੇ ਮੁਆਸ਼ਰੇ ਦੇ ਵਿੱਚ ਇਸ ਤਰ੍ਹਾਂ ਦੇ ਨਾਸੂਰ ਪੈਦਾ ਹੁੰਦੇ ਰਹਿੰਦੇ ਨੇ। ਤੇ ਦੋਸਤੋ ਅਗਰ ਗੱਲਾਂ ਅੱਛੀਆਂ ਲੱਗੀਆਂ ਹੋਣ ਤੇ ਕਮੈਂਟ ਸੈਕਸ਼ਨ ਵਿੱਚ ਲਾਜ਼ਮੀ ਦੱਸਿਆ ਜੇ, ਕਿਸੇ ਜਗ੍ਹਾ ਤੇ ਮੇਰੇ ਕੋਲ ਗੱਲ ਗਲਤ ਹੋਈ ਹੋਵੇ ਤੇ ਉਹਦੀ ਮੈਨੂੰ ਮਾਫੀ ਦਿਆ ਜੇ। ਅੱਜ ਲਈ ਇੰਨਾ ਹੀ, ਅਗਲੀ ਫੇਰ ਇੱਕ ਵੀਡੀਓ ਲੈ ਕੇ ਆਵਾਂਗੇ ਤੁਹਾਡੇ ਵਾਸਤੇ, ਅੱਛੀਆਂ ਅੱਛੀਆਂ ਗੱਲਾਂ ਲੈ ਕੇ ਆਵਾਂਗੇ। ਜਿਉਂਦੇ ਰਹੋ, ਵਸਦੇ ਰਹੋ, ਅੱਲਾ ਨਿਗਹਿਬਾਨ।